ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ DC ਜਨਰੇਟਰ, ਜਿਹੜਾ ਕਿ ਸੈਕੰਡ ਪਾਰਟ ਹੈ। ਇਸ ਤੋਂ ਪਹਿਲਾਂ ਅਸੀਂ DC ਜਨਰੇਟਰ ਫਸਟ ਪਾਰਟ ਦੇ ਵਿੱਚ ਵੀ MCQ ਦਿੱਤੇ ਸੀਗੇ। ਸੋ ਅੱਜ ਅਸੀਂ ਇਸ ਦਾ ਸੈਕੰਡ ਪਾਰਟ ਕਰ ਰਹੇ ਹਾਂ, ਜਿਹੜਾ ਸੈਕੰਡ ਈਅਰ ਇਲੈਕਟ੍ਰੀਸ਼ੀਅਨ ਦੇ ਸਿਲੇਬਸ ਔਰ ਵਾਇਰਮੈਨ ਦੇ ਸਿਲੇਬਸ ਦੇ ਵਿੱਚ ਹੈਗਾ। ਸੋ ਆਓ ਅਸੀਂ ਜਾਣਦੇ ਹਾਂ DC ਜਨਰੇਟਰ MCQ। ਪਹਿਲਾ ਕੁਐਸਚਨ ਆ, ਹੇਠ ਦਿੱਤਿਆਂ ਵਿੱਚੋਂ ਕਿਹੜਾ ਭਾਗ DC ਮਸ਼ੀਨ ਦਾ ਹਿੱਸਾ ਨਹੀਂ ਹੈ। ਇੱਥੇ DC ਮਸ਼ੀਨ ਚਾਹੇ ਉਹ DC ਜਨਰੇਟਰ ਜਾਂ DC ਮੋਟਰ ਹੋਵੇ, ਅਸੀਂ DC ਮਸ਼ੀਨ ਕਹਿ ਦਿੰਦੇ ਹਾਂ। ਤਾਂ ਇੱਥੇ ਦੋਨਾਂ ਦੇ ਵਿੱਚ ਪੁੱਛਿਆ ਗਿਆ ਕਿ ਇਹਨਾਂ ਚਾਰ ਆਪਸ਼ਨ ਦੇ ਵਿੱਚੋਂ ਕਿਹੜਾ ਜਿਹੜਾ ਹਿੱਸਾ ਹੈਗਾ, ਕਿਹੜਾ ਪਾਰਟ ਹੈ ਉਹ DC ਮਸ਼ੀਨ ਦਾ ਪਾਰਟ ਜਿਹੜਾ ਨਹੀਂ ਹੈਗਾ। ਤਾਂ ਆਪਸ਼ਨ A ਹੈਗੀ ਹੈ ਕਮੂਟੇਟਰ, B ਹੈਗਾ ਆਰਮੇਚਰ, C ਹੈਗਾ ਡੈਂਪਿੰਗ ਵਾਈਂਡਿੰਗ ਔਰ D ਹੈਗਾ ਫੀਲਡ ਵਾਈਂਡਿੰਗ। ਤਾਂ ਇੱਕ ਜਿਹੜੀ DC ਮੋਟਰ ਜਾਂ DC ਜਨਰੇਟਰ ਹੈ ਉਸ ਦੇ ਵਿੱਚ ਕਮੂਟੇਟਰ, ਆਰਮੇਚਰ ਔਰ ਫੀਲਡ ਵਾਈਂਡਿੰਗ ਹੁੰਦੇ ਆ, ਜਦੋਂ ਕਿ ਡੈਂਪਿੰਗ ਵਾਈਂਡਿੰਗ ਹੈ ਇਹ ਆਲਟਰਨੇਟਰ ਦੇ ਵਿੱਚ ਹੁੰਦੀ ਹੈ। ਸੋ ਇਸ ਦੇ ਵਿੱਚ ਜਿਹੜਾ ਆਨਸਰ ਹੈਗਾ ਉਹ C ਹੈ ਕਿ ਹੇਠ ਦਿੱਤਿਆਂ ਵਿੱਚੋਂ ਜਿਹੜਾ ਡੈਂਪਿੰਗ ਵਾਈਂਡਿੰਗ ਹੈ DC ਮਸ਼ੀਨ ਦਾ ਹਿੱਸਾ ਨਹੀਂ ਹੈ। ਸੈਕੰਡ ਕੁਐਸਚਨ ਹੈ, DC ਜਨਰੇਟਰ ਦੇ ਫੀਲਡ ਕੋਇਲ ਕਿਸ ਦੇ ਬਣਾਏ ਜਾਂਦੇ ਹਨ। ਆਪਸ਼ਨ A ਹੈਗੀ ਹੈ ਮਾਈਕਾ, B ਹੈਗਾ ਕਾਸਟ ਆਇਰਨ, C ਹੈਗਾ ਇਨੈਮਲਡ ਕਾਪਰ ਵਾਇਰ ਔਰ D ਹੈਗਾ ਕਾਰਬਨ। ਤਾਂ ਜਿਹੜੇ ਫੀਲਡ ਵਾਈਂਡਿੰਗ ਹੈ ਇਹ ਮੈਗਨੈਟਿਕ ਫੀਲਡ ਤਿਆਰ ਕਰਨ ਦੇ ਲਈ ਬਣਾਏ ਜਾਂਦੇ ਆ, ਔਰ ਜਿਹੜੇ ਇਸ ਦੇ ਵਿੱਚ ਵਾਇਰ ਯੂਜ਼ ਕੀਤੀ ਜਾਂਦੀ ਆ ਉਹ ਇਨੈਮਲਡ ਕਾਪਰ ਵਾਇਰ, ਕਿ ਇੱਕ ਜਿਹੜੀ ਕਾਪਰ ਦੀ ਵਾਇਰ ਹੈ ਉਸ ਨੂੰ ਪੋਲਿਸ਼ ਕੀਤਾ ਹੋਇਆ ਹੁੰਦਾ, ਜਿਹੜੀ ਵਾਈਂਡਿੰਗ ਦੇ ਲਈ ਹੀ ਵਰਤੀ ਜਾਂਦੀ ਹੈ। ਸੋ ਇਸ ਦਾ ਜਿਹੜਾ ਆਨਸਰ ਹੈਗਾ ਉਹ C ਹੈਗਾ ਇਨੈਮਲਡ ਕਾਪਰ ਵਾਇਰ। ਤੀਸਰਾ ਕੁਐਸਚਨ ਹੈ, ਇੱਕ DC ਮਸ਼ੀਨ ਵਿੱਚ ਵੇਵ ਵਾਈਂਡਿੰਗ ਕਿਉਂ ਕੀਤੀ ਜਾਂਦੀ ਹੈ। ਕਿਉਂਕਿ ਜਿਹੜੇ ਆਰਮੇਚਰ ਹੈ ਉਸ ਦੇ ਵਿੱਚ ਮੁੱਖ ਤੌਰ 'ਤੇ ਜਿਹੜੀਆਂ ਵੇਵ ਔਰ ਲੈਪ ਵਾਈਂਡਿੰਗ ਹੈ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਜਿਹੜੀ ਵੇਵ ਵਾਈਂਡਿੰਗ ਹੈਗੀ ਆ ਉਹ ਅਸੀਂ ਕਿਉਂ ਕਰਦੇ ਹਾਂ। ਆਪਸ਼ਨ A ਹੈਗੀ ਆ ਲੋ ਕਰੰਟ ਅਤੇ ਹਾਈ ਵੋਲਟੇਜ ਰੇਟਿੰਗ ਲਈ, B ਹੈਗਾ ਹਾਈ ਕਰੰਟ ਅਤੇ ਲੋ ਵੋਲਟੇਜ ਰੇਟਿੰਗ ਲਈ, C ਹੈਗਾ ਹਾਈ ਕਰੰਟ ਅਤੇ ਹਾਈ ਵੋਲਟੇਜ ਰੇਟਿੰਗ ਲਈ, ਅਤੇ D ਲੋ ਕਰੰਟ ਅਤੇ ਲੋ ਵੋਲਟੇਜ ਰੇਟਿੰਗ ਦੇ ਲਈ। ਤਾਂ ਜਿਹੜੀ ਵੇਵ ਵਾਈਂਡਿੰਗ ਹੈਗੀ ਆ ਉਹ ਲੋ ਕਰੰਟ ਅਤੇ ਹਾਈ ਵੋਲਟੇਜ ਦੀ ਰੇਟਿੰਗ ਦੇ ਲਈ ਕੀਤੀ ਜਾਂਦੀ ਹੈ। ਤਾਂ ਆਪਸ਼ਨ ਇਸ ਦੀ A ਸਹੀ ਹੈ ਤੀਸਰੇ ਦੀ। ਚੌਥਾ ਕੁਐਸਚਨ ਹੈ, ਲੈਪ ਵਾਈਂਡਿੰਗ ਸਮੇਂ ਬਰਸ਼ ਦੀ ਗਿਣਤੀ ਹਮੇਸ਼ਾ ਪੋਲਾਂ ਦੇ ਡੈਸ਼ ਹੁੰਦੀ ਹੈ। ਜਿਹੜੀ ਲੈਪ ਵਾਈਂਡਿੰਗ ਸਮੇਂ ਬਰਸ਼ ਦੀ ਜਿਹੜੀ ਗਿਣਤੀ ਹੈ ਕਿੰਨੀ ਰੱਖੀ ਜਾਂਦੀ ਹੈ। ਤਾਂ ਜਦੋਂ ਲੈਪ ਵਾਈਂਡਿੰਗ ਕੀਤੀ ਜਾਂਦੀ ਹੈ ਤਾਂ ਜਿੰਨੇ ਪੋਲ ਨੇ ਉਹਨਾਂ ਦੇ ਬਰਾਬਰ ਹੀ ਬਰਸ਼ ਦੀ ਗਿਣਤੀ ਰੱਖੀ ਜਾਂਦੀ ਹੈ। ਤਾਂ ਆਪਸ਼ਨ ਇਸ ਦੀ B ਸਹੀ ਹੈ। ਅਗਰ ਲੈਪ ਦੀ ਜਗ੍ਹਾ ਵੇਵ ਵਾਈਂਡਿੰਗ ਹੋਵੇ ਤਾਂ ਉੱਥੇ ਜਿੰਨੇ ਪੋਲ ਮਰਜ਼ੀ ਹੋਣ, ਜਿਹੜੇ ਬਰਸ਼ ਹੈਗੇ ਆ ਉਹ 2 ਹੀ ਰੱਖੇ ਜਾਂਦੇ ਹੈਗੇ ਆ, ਲੇਕਿਨ ਲੈਪ ਵਾਈਂਡਿੰਗ ਸਮੇਂ ਬਰਸ਼ ਦੀ ਗਿਣਤੀ ਜਿਹੜੀ ਹੈਗੀ ਆ ਪੋਲਾਂ ਦੇ ਬਰਾਬਰ ਰੱਖੀ ਜਾਂਦੇ। ਤਾਂ ਆਪਸ਼ਨ B ਇਸ ਦੀ ਸਹੀ ਹੈ। ਪੰਜਵਾਂ ਕੁਐਸਚਨ ਹੈ, ਵੈਲਡਿੰਗ ਜਨਰੇਟਰ ਵਿੱਚ ਕਿਹੜੀ ਵਾਈਂਡਿੰਗ ਹੋਵੇਗੀ। ਆਪਸ਼ਨ A ਹੈਗੀ ਆ ਲੈਪ ਵਾਈਂਡਿੰਗ, B ਹੈਗੀ ਆ ਵੇਵ ਵਾਈਂਡਿੰਗ, C ਲੈਪ ਅਤੇ ਵੇਵ ਵਾਈਂਡਿੰਗ, D ਉਪਰੋਕਤ ਕੋਈ ਨਹੀਂ। ਤਾਂ ਇਸ ਦੇ ਵਿੱਚ ਜਿਹੜਾ ਵੈਲਡਿੰਗ ਜਨਰੇਟਰ ਹੈ ਉਸ ਦੇ ਵਿੱਚ ਜਿਹੜੀ ਵਾਈਂਡਿੰਗ ਹੈ ਉਹ ਲੈਪ ਵਾਈਂਡਿੰਗ ਕੀਤੀ ਜਾਂਦੀ ਹੈ। ਲੈਪ ਵਾਈਂਡਿੰਗ ਬੇਸਿਕਲੀ ਜਿਹੜੀ ਜ਼ਿਆਦਾ ਕਰੰਟ, ਹਾਈ ਕਰੰਟ ਅਤੇ ਲੋ ਵੋਲਟੇਜ ਦੀਆਂ ਜਿਹੜੀ ਮਸ਼ੀਨਾਂ ਵਾਸਤੇ ਅਸੀਂ ਵਰਤਦੇ ਹੈਗੇ ਹਾਂ। ਇਸ ਕਰਕੇ ਕਿਉਂਕਿ ਉੱਥੇ ਹਾਈ ਕਰੰਟ ਦੀ ਜ਼ਰੂਰਤ ਪੈਂਦੀ ਵੈਲਡਿੰਗ ਸਮੇਂ, ਕਿਉਂਕਿ ਜਿਹੜੀ ਮੈਟਲ ਨੂੰ ਅਸੀਂ ਵੈਲਡ ਕਰ ਰਹੇ ਹਾਂ ਉਸ ਨੂੰ ਮੈਲਟਿੰਗ ਪੁਆਇੰਟ ਤੱਕ ਲਿਜਾਣ ਲਈ ਕਰੰਟ ਦੀ ਜ਼ਿਆਦਾ ਲੋੜ ਪੈਂਦੀ ਆ, ਤਾਂ ਉੱਥੇ ਜਿਹੜੀ ਹੈ ਲੈਪ ਵਾਈਂਡਿੰਗ ਕੀਤੀ ਜਾਂਦੀ ਹੈ। ਲੈਪ ਵਾਈਂਡਿੰਗ ਹਾਈ ਕਰੰਟ ਲੋ ਵੋਲਟੇਜ ਦੇ ਲਈ ਵਰਤੀ ਜਾਂਦੀ ਹੈ। ਤਾਂ ਆਪਸ਼ਨ ਇਸ ਦੀ A ਸਹੀ ਹੈ। ਛੇਵਾਂ ਕੁਐਸਚਨ ਹੈ, DC ਮਸ਼ੀਨ ਵਿੱਚ ਡੰਮੀ ਕੋਇਲ ਦਾ ਕੀ ਕੰਮ ਹੁੰਦਾ ਹੈ। A ਹੈਗਾ ਕਮੂਟੇਸ਼ਨ ਨੂੰ ਸੁਧਾਰਨਾ, B ਨਿਪੁੰਨਤਾ ਨੂੰ ਵਧਾਉਣਾ ਹੈ, C ਹੈਗਾ ਮਸ਼ੀਨ ਦੀ ਕੀਮਤ ਨੂੰ ਘਟਾਉਣਾ ਹੈ ਔਰ D ਹੈਗਾ ਆਰਮੇਚਰ ਦਾ ਮਕੈਨੀਕਲ ਬੈਲੈਂਸ ਸਹੀ ਰੱਖਣਾ। ਤਾਂ ਜਿਹੜੀ ਡੰਮੀ ਕੋਇਲ ਹੈ DC ਮਸ਼ੀਨ ਦੇ ਵਿੱਚ ਉਹ ਆਰਮੇਚਰ ਦਾ ਮਕੈਨੀਕਲ ਬੈਲੈਂਸ ਸਹੀ ਰੱਖਣ ਦੇ ਲਈ ਕੀਤੀ ਜਾਂਦੀ ਹੈ। ਤਾਂ ਇਸ ਦਾ ਆਨਸਰ D ਸਹੀ ਹੈ ਛੇਵੇਂ ਦਾ। ਸੱਤਵਾਂ ਕੁਐਸਚਨ ਹੈ, ਜਦੋਂ ਇੱਕ DC ਜਨਰੇਟਰ ਦੀ ਫੀਲਡ ਐਕਸਾਈਟੇਸ਼ਨ ਨੂੰ ਵਧਾਇਆ ਜਾਂਦਾ ਹੈ ਤਾਂ ਪੈਦਾ ਹੋਈ EMF ਕੀ ਇਫੈਕਟ ਪਏਗਾ। ਆਪਸ਼ਨ A ਹੈਗੀ ਆ ਘਟੇਗੀ, B ਵਧੇਗੀ, C ਸਥਿਰ ਰਹੇਗੀ, D ਇੱਕ ਸੀਮਾ ਤੱਕ ਵਧੇਗੀ ਫਿਰ ਸਥਿਰ ਹੋ ਜਾਏਗੀ। ਫੀਲਡ ਐਕਸਾਈਟੇਸ਼ਨ ਤੋਂ ਕੀ ਭਾਵ ਹੈ ਕਿ ਜਿਹੜਾ ਉਸਦਾ ਮੈਗਨੈਟਿਕ ਫੀਲਡ ਹੈ, ਚੁੰਬਕੀ ਖੇਤਰ ਹੈ ਜਿਸ ਦੇ ਵਿੱਚ ਆਰਮੇਚਰ ਨੇ ਘੁੰਮਣਾ ਹੈ, ਉਸ ਨੂੰ ਅਸੀਂ ਐਕਸਾਈਟੇਸ਼ਨ ਮੀਨਸ ਉਕਸਾਉਣਾ ਹੋਰ ਜਾਂ ਉਸ ਨੂੰ ਤੇਜ਼ ਕਰਨਾ ਹੈ। ਠੀਕ ਹੈ, ਤਾਂ ਉਸ ਦੇ ਵਿੱਚ ਜਿਵੇਂ ਮੈਗਨੈਟਿਕ ਫੀਲਡ ਆ ਗਿਆ,
ਜਿਹੜੇ ਪੋਲ ਨੇ ਇਸ ਦੇ ਉੱਪਰ ਫੀਲਡ ਵਾਈਂਡਿੰਗ ਆ ਜਾਂਦੀ ਹੈ ਔਰ ਇਸ ਦੇ ਅੰਦਰ ਜਿਹੜਾ ਹੈਗਾ ਆਰਮੇਚਰ ਰੋਟੇਟ ਕਰਦਾ। ਤਾਂ ਜਿਹੜੀ ਇਹ ਫੀਲਡ ਵਾਈਂਡਿੰਗ ਹੈ, ਇੱਥੇ ਫੀਲਡ ਪੋਲ ਤਿਆਰ ਹੁੰਦੇ ਆ। ਤਾਂ ਇਸ ਨੂੰ ਜਦੋਂ ਐਕਸਾਈਟੇਸ਼ਨ ਬਾਹਰੀ ਸੋਰਸ ਦੁਆਰਾ ਜਾਂ ਇਸ ਦੀ ਸਪਲਾਈ ਇਸ ਜਿਹੜੀ EMF ਇੰਡਿਊਸ ਹੋਈ ਹੈ ਇਸੇ ਨੂੰ ਫਿਰ ਦੁਬਾਰਾ ਦੇਵਾਂਗੇ ਤਾਂ ਜਿਹੜੇ ਪੋਲ ਨੇ, ਪੋਲ ਸ਼ੂ ਨੇ, ਉਹ ਮੈਗਨੈਟਿਕਲੀ ਜਿਹੜੇ ਆ ਬਲ ਰੇਖਾਵਾਂ ਵਧਣਗੀਆਂ। ਤਾਂ ਇੱਕ ਸਟੇਜ 'ਤੇ ਆ ਕੇ ਜਦੋਂ ਇਹ ਪੂਰੀ ਚੁੰਬਕਤਾ ਹਾਸਲ ਕਰ ਲਵੇਗਾ ਤਾਂ ਇਹ ਸਥਿਰ ਹੋ ਜਾਏਗਾ। ਉਸ ਤੋਂ ਬਾਅਦ ਜਿਹੜੀ EMF ਇੰਡਿਊਸ ਨਹੀਂ ਹੋਏਗੀ, ਉਸ ਨੂੰ ਅਸੀਂ ਸੈਚੂਰੇਸ਼ਨ ਪੁਆਇੰਟ ਕਹਿੰਦੇ ਆ। ਸੈਚੂਰੇਸ਼ਨ ਪੁਆਇੰਟ। ਤਾਂ ਇੱਥੇ ਜਿਹੜੀ ਆਨਸਰ ਆਏਗਾ D ਆਏਗਾ ਕਿ ਇੱਕ ਸੀਮਾ ਤੱਕ ਵਧੇਗੀ ਜਿਹੜੀ ਫੀਲਡ ਐਕਸਾਈਟੇਸ਼ਨ ਨੂੰ ਜਦੋਂ ਵਧਾਉਣੇ ਆ, EMF ਵਧੇਗੀ ਔਰ ਫਿਰ ਉਹ ਸਥਿਰ ਹੋ ਜਾਵੇਗੀ। ਤਾਂ ਆਨਸਰ ਜਿਹੜਾ ਹੈਗਾ D ਸਹੀ ਹੈ 7ਵੇਂ ਦਾ। 8ਵਾਂ ਕੁਐਸਚਨ ਹੈ, ਸਪਾਰਕਲੈਸ ਕਮਿਊਟੇਸ਼ਨ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਸਪਾਰਕਲੈਸ ਕਮਿਊਟੇਸ਼ਨ ਕੀ ਹੁੰਦਾ ਹੈ ਕਿ ਜਦੋਂ ਕੋਇਲ ਨੇ, ਆਰਮੇਚਰ ਦੇ ਵਿੱਚ ਕੋਇਲ ਨੇ ਔਰ ਉਹ ਜਿਹੜੇ ਸੈਗਮੈਂਟ ਦੇ ਉੱਪਰ, ਜਿਹੜੇ ਸੈਗਮੈਂਟ ਕਮਿਊਟੇਟਰ ਦੇ ਨੇ ਉਸ ਦੇ ਉੱਪਰ ਕਨੈਕਟ ਨੇ, ਤਾਂ ਇੱਥੇ ਜਦੋਂ ਕਾਰਬਨ ਬ੍ਰਸ਼ ਦੋ ਜਿਹੜੇ ਸੈਗਮੈਂਟ ਨੂੰ ਟੱਚ ਕਰਦਾ ਤਾਂ ਉਸ ਵੇਲੇ ਕੀ ਹੈ, ਇਹ ਕੋਇਲ ਜਿਵੇਂ ਇਹ ਹੈਗੀ ਹੈ ਸ਼ਾਰਟ ਹੋ ਜਾਂਦੀ ਹੈ। ਤਾਂ ਉਸ ਸਮੇਂ ਜਿਹੜਾ ਕਰੰਟ ਹੈ ਉਹ ਇਸ ਸਮੇਂ ਇੱਥੇ ਸਪਾਰਕ ਪੈਦਾ ਕਰਦਾ ਜਿਹੜੇ ਜਦੋਂ ਦੋਨੋਂ ਜੁੜਦੇ ਆ। ਤਾਂ ਸਪਾਰਕਲੈਸ ਜਿਹੜੀ ਕਮਿਊਟੇਸ਼ਨ ਅਸੀਂ ਪ੍ਰਾਪਤ ਕਰਨੀ ਹੈ ਉਹ ਕਿਵੇਂ ਪ੍ਰਾਪਤ ਕਰਾਂਗੇ ਕਿ ਇੱਥੇ ਸਪਾਰਕਿੰਗ ਨਾ ਹੋਵੇ। ਤਾਂ ਆਪਸ਼ਨ A ਹੈਗੀ ਆ ਕੰਪਨਸੇਟਿੰਗ ਵਾਈਂਡਿੰਗ, B ਹੈਗਾ ਇੰਟਰਪੋਲ, D ਹੈਗਾ ਹਾਈ ਰੈਜ਼ਿਸਟੈਂਸ ਕਾਰਬਨ ਬ੍ਰਸ਼ ਲਗਾ ਕੇ, ਤੇ D ਹੈਗਾ ਉਪਰੋਕਤ ਕੋਈ ਵੀ ਵਿਧੀ ਅਪਣਾ ਕੇ। ਤਾਂ ਜਿਹੜੀਆਂ ਪਹਿਲੀਆਂ 3 ਨੇ A, B ਔਰ C ਜਿਹੜੀਆਂ ਮੈਥਡਸ ਦੱਸੇ ਨੇ, ਇਹ ਸਾਰੇ ਹੀ ਸਪਾਰਕਲੈਸ ਕਮਿਊਟੇਸ਼ਨ ਪ੍ਰਾਪਤ ਕਰਨ ਦੇ ਨੇ। ਤਾਂ ਇੱਥੇ ਜਿਹੜਾ ਆਨਸਰ D ਇਸ ਦਾ ਸਹੀ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਵਿਧੀ ਅਪਣਾ ਕੇ ਅਸੀਂ ਸਪਾਰਕਲੈਸ ਕਮਿਊਟੇਸ਼ਨ ਪ੍ਰਾਪਤ ਕਰ ਸਕਦੇ ਹਾਂ। 9ਵਾਂ ਕੁਐਸਚਨ ਹੈ, ਕਿਹੜੇ ਕਾਰਨਾਂ ਕਰਕੇ ਜਨਰੇਟਰ ਰੈਜ਼ੀਡੁਅਲ ਚੁੰਬਕਤਾ ਯਾਨੀ ਕਿ ਰੈਜ਼ੀਡੁਅਲ ਮੈਗਨੇਟ ਗਵਾ ਦਿੰਦਾ ਹੈ? ਆਪਸ਼ਨ A ਹੈਗਾ ਹੀਟਿੰਗ, B ਹੈਗਾ ਵਾਈਬ੍ਰੇਸ਼ਨ, C ਹੈਗਾ ਓਵਰ ਐਕਸਾਈਟੇਸ਼ਨ ਔਰ D ਉਪਰੋਕਤ ਕੋਈ ਵੀ। ਯਾਨੀ ਕਿ ਜਿਹੜੇ ਤਿੰਨੋਂ ਕਾਰਨ ਦੱਸੇ ਆ A, B ਔਰ C, ਤਿੰਨਾਂ ਦੇ ਕਾਰਨ ਕੋਈ ਵੀ ਕਾਰਨ ਹੋਵੇ ਤਾਂ ਜਿਹੜਾ ਜਨਰੇਟਰ ਆ ਉਹ ਆਪਣਾ ਰੈਜ਼ੀਡੁਅਲ ਮੈਗਨੇਟ ਗਵਾ ਦਿੰਦਾ ਹੈਗਾ। ਤਾਂ ਇਸ ਦਾ ਜਿਹੜਾ ਆਨਸਰ ਹੈਗਾ ਉਹ D ਸਹੀ ਹੈ 9ਵੇਂ ਦਾ। 10ਵਾਂ ਕੁਐਸਚਨ ਹੈ, ਟਰਬੋ ਜਨਰੇਟਰ ਦੇ ਲਈ ਐਕਸਾਈਟਰ ਦੇ ਤੌਰ ਤੇ ਕਿਹੜਾ DC ਜਨਰੇਟਰ ਵਰਤਿਆ ਜਾਂਦਾ ਹੈ? ਟਰਬੋ ਜਨਰੇਟਰ ਜਿਹੜੇ ਕਿ ਜਨਰੇਟਿੰਗ ਸਟੇਸ਼ਨਾਂ 'ਤੇ ਵਰਤੇ ਜਾਂਦੇ ਆ, ਜਿਹੜੇ ਕਿ ਲਾਰਜ ਸਕੇਲ 'ਤੇ ਜਿਹੜੀ ਇਲੈਕਟ੍ਰੀਕਲ એનર્ਜੀ ਪ੍ਰਾਪਤ ਕਰਨ ਦੇ ਲਈ ਅਸੀਂ ਵਰਤਦੇ ਹਾਂ। ਤਾਂ ਉਹਨਾਂ ਦੀ ਫੀਲਡ ਐਕਸਾਈਟੇਸ਼ਨ ਰੈਜ਼ੀਡੁਅਲ ਮੈਗਨੇਟ ਦੇ ਕਾਰਨ ਨਹੀਂ ਪ੍ਰਾਪਤ ਹੁੰਦੀ, ਸਾਨੂੰ EMF ਨਹੀਂ ਬਣਦੀ ਉਸ ਦੇ ਵਿੱਚ, ਤਾਂ ਉਸ ਦੀ ਫੀਲਡ ਨੂੰ ਐਕਸਾਈਟ ਕਰਨਾ ਪੈਂਦਾ। ਤਾਂ ਉਸ ਦੇ ਲਈ ਇੱਕ DC ਜਨਰੇਟਰ ਉਸੇ ਸ਼ਾਫਟ ਦੇ ਉੱਤੇ ਹੀ ਲਗਾਇਆ ਜਾਂਦਾ, ਉਸੇ ਜਨਰੇਟਰ ਦੇ। ਤਾਂ ਜਿਹੜੀ DC ਜਨਰੇਟਰ ਦੀ ਸਪਲਾਈ ਹੈ, DC ਸਪਲਾਈ, ਉਹ ਫੀਲਡ ਵਾਈਂਡਿੰਗ ਨੂੰ ਦਿੱਤੀ ਜਾਂਦੀ ਹੈ। ਤਾਂ ਉਹ ਇੱਕ ਐਕਸਾਈਟਰ ਦੇ ਤੌਰ 'ਤੇ ਜਾਣਿਆ ਜਾਂਦਾ। ਤਾਂ ਕਿਹੜੀ ਹੈਗੇ ਇਹਦੇ ਵਿੱਚੋਂ? ਆਪਸ਼ਨ A ਹੈਗੀ ਹੈ ਸ਼ੰਟ, B ਹੈਗਾ ਸੀਰੀਜ਼, C ਕੰਪਾਊਂਡ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਇਸ ਦੇ ਵਿੱਚ ਜਿਹੜਾ DC ਸ਼ੰਟ ਜਨਰੇਟਰ ਹੈਗਾ ਉਹ ਐਕਸਾਈਟਰ ਦੇ ਤੌਰ 'ਤੇ ਵਰਤਿਆ ਜਾਂਦਾ ਔਰ ਇੱਕੋ ਹੀ ਸ਼ਾਫਟ 'ਤੇ ਜਿਹੜਾ ਟਰਬੋ ਜਨਰੇਟਰ ਦਾ ਜਿਹੜਾ ਹੈਗਾ ਫੀਲਡ ਔਰ ਦੂਸਰਾ ਜਿਹੜਾ DC ਸ਼ੰਟ ਜਨਰੇਟਰ ਹੈ ਉਹ ਕਨੈਕਟ ਹੁੰਦੇ ਆ ਔਰ ਜਿਹੜੀ DC ਜਨਰੇਟਰ ਸ਼ੰਟ ਜਨਰੇਟਰ ਦੀ ਸਪਲਾਈ ਹੈ ਉਹ ਫੀਲਡ ਵਾਈਂਡਿੰਗ ਨੂੰ ਦਿੱਤੀ ਜਾਂਦੀ ਹੈ ਐਕਸਾਈਟ ਕਰਨ ਦੇ ਲਈ। 11ਵਾਂ ਕੁਐਸਚਨ ਹੈਗਾ, ਆਰਮੇਚਰ ਰਿਐਕਸ਼ਨ ਤੋਂ ਕੀ ਭਾਵ ਹੈ? ਆਪਸ਼ਨ A ਹੈਗੀਆਂ ਕਰੰਟ ਦਾ ਵੋਲਟੇਜ ਤੋਂ ਪਿੱਛੇ ਰਹਿ ਜਾਣਾ, B ਹੈਗਾ ਕਰੰਟ ਦਾ ਵੋਲਟੇਜ ਤੋਂ ਅੱਗੇ ਨਿਕਲ ਜਾਣਾ, C ਹੈਗਾ ਮੁੱਖ ਚੁੰਬਕੀ ਫਲਕਸ ਦੁਆਰਾ ਉਤਪੰਨ ਹੋਈ ਚੁੰਬਕੀ ਫਲਕਸ ਦੀ ਪ੍ਰਤੀਕਿਰਿਆ ਹੈ ਔਰ D ਉਪਰੋਕਤ ਕੋਈ ਵੀ ਨਹੀਂ। ਤਾਂ ਇੱਥੇ ਅਸੀਂ ਜਾਣਦੇ ਹਾਂ ਕਿ ਆਰਮੇਚਰ ਰਿਐਕਸ਼ਨ ਹੁੰਦਾ ਕੀ ਹੈ ਕਿ ਇੱਕ DC ਜਨਰੇਟਰ 2 ਪੋਲ ਦਾ ਦਿਖਾਇਆ ਗਿਆ, ਜਿਹੜਾ ਨਾਰਥ ਤੋਂ ਸਾਊਥ ਵੱਲ ਨੂੰ ਮੈਗਨੈਟਿਕ ਲਾਈਨ ਚੱਲਦੀਆਂ ਨੇ, ਬਿਲਕੁਲ ਜੋ ਸਿੱਧੀਆਂ ਚੱਲਦੀਆਂ, ਔਰ ਉਸ ਦੇ ਵਿੱਚ ਜਦੋਂ ਆਰਮੇਚਰ ਘੁੰਮਦਾ ਹੈ ਤਾਂ ਆਰਮੇਚਰ ਦੇ ਕੰਡਕਟਰ ਦੇ ਵਿੱਚ ਵੀ ਜਦੋਂ EMF ਇੰਡਿਊਸ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਚੁੰਬਕੀ ਜਿਹੜਾ ਖੇਤਰ ਤਿਆਰ ਹੋ ਜਾਂਦਾ। ਔਰ ਜਿਸ ਸਾਈਡ ਨੂੰ ਆਰਮੇਚਰ ਦੇ ਘੁੰਮਣ ਦੀ ਡਾਇਰੈਕਸ਼ਨ ਹੁੰਦੀ ਹੈ, ਡਾਇਰੈਕਸ਼ਨ ਆਫ ਰੋਟੇਸ਼ਨ ਜਿਹੜੀ ਕਲੌਕਵਾਈਜ਼ ਹੈ, ਜਦੋਂ ਇਹ ਘੁੰਮਦਾ ਹੈਗਾ ਤਾਂ ਜਿਹੜਾ ਮੇਨ ਫੀਲਡ ਹੈ, ਜਿਵੇਂ ਤੁਸੀਂ ਇੱਥੇ ਦੇਖੋਗੇ ਕਿ ਮੇਨ ਫੀਲਡ ਜਿਹੜਾ ਬਿਲਕੁਲ ਸਿੱਧਾ ਚੱਲਣਾ ਸੀਗਾ ਉਹ ਆਪਣੀ ਦਿਸ਼ਾ ਤੋਂ ਅਲੱਗ ਹੋ ਗਿਆ, ਵੱਖਰਾ ਹੋ ਗਿਆ। ਤਾਂ ਇੱਥੇ ਕੀ ਹੈ, ਜਿਹੜਾ ਲੀਡਿੰਗ ਪੋਲ ਹੈ, ਟਿਪ ਹੈ, ਲੀਡਿੰਗ ਪੋਲ ਟਿਪ ਹੈ, ਤਾਂ ਉਹ ਖਾਲੀ ਹੋ ਗਿਆ
और ਜਿਹੜਾ बैक साइड तो इधरों भी खाली नज़र आ रहा और ਜਿਹੜਾ लास्ट ਤੇ है वो पोल ਤੇ ਜਿਹੜਾ मैगनैटिक लाइन संघणियां हो गई ज़्यादा हो गई। तो इस तरह ਜਿਹੜਾ मेन फील्ड का ਜਿਹੜਾ ਵਿਗਾੜ ਆ ਉਹ ਅਸੀਂ ਕਹਿ ਦਿੰਦੇ ਆ आर्मेचर रिएक्शन। तो ਜਿਹੜਾ मुख चुंबकी फ्लक्स द्वारा ਜਿਹੜੀ उत्पन्न हुई चुंबकी फ्लक्स की प्रतिक्रिया हैगी आ उसनूं असीं आर्मेचर रिएक्शन कह दिंदे आ। 12वां क्वेश्चन आ आर्मेचर रिएक्शन के की प्रभाव हैं। ऑप्शन ए हैगी आ टर्मिनल वोल्टेज वध जाती है, बी हैगा टर्मिनल वोल्टेज स्थिर रहिंदी है, सी हैगा मेन फील्ड फ्लक्स का रूप विगड़ता है और डी उपरोक्त कोई भी नहीं। ये असी पिछले क्वेश्चन के विच ही क्लीयर कर लिया सीगा कि जिहड़ा मेन फील्ड है इसका जिहड़ा स्वरूप है वो विगड़ जाता चेंज हो जाता। तो इसका आंसर सी हैगा मेन फील्ड फ्लक्स का रूप जिहड़ा वो विगड़ता है। 13वां हैगा सैल्फ एक्साइटेड जनरेटर विच शुरू विच EMF किवें पैदा हुंदा है। सैल्फ एक्साइटेड मीनस कि जिसनों बाहरों कोई एक्साइटेशन नहीं देनी पैंदी फील्डां नूं, वो अपने आप ही जिहड़ी EMF तैयार करता है। तो ऑप्शन ए हैगियां इलैक्ट्रोमैगनैट द्वारा, बी हैगा फील्ड पोल दे द्वारा, सी हैगा रेजिडुअल मैगनेटिज्म द्वारा और डी उपरोक्त कोई भी नहीं। तो जिहड़ा सैल्फ एक्साइटेड जनरेटर है वो रेजिडुअल मैगनेट दे द्वारा जिहड़ी EMF स्टार्टिंग दे विच तैयार करता हैगा। रेजिडुअल मैगनेट असीं किस नूं कहने आ कि जिहड़ा फील्ड पोलां दे विच जिहड़े पोल शू हैगे आ उन्हां दे विच बचिया खुचिया मैगनेट जिहड़ा हल्का उहदे विच मैगनेट रह जांदा उस नूं असीं रेजिडुअल मैगनेट कहने आ। इसे दे द्वारा ही स्टार्टिंग दे विच आर्मेचर दे कंडक्टर इस हल्के जिहे मैगनेट नूं कट करदे आ और उस दे विच EMF तैयार होनी शुरू हुंदी है। तो आंसर इसका सी सही है। 14वां क्वेश्चन हैगा DC जनरेटर विच लैप वाइंडिंग की वरतों की जाती है। ये असी पहले भी क्वेश्चन किया हैगा कि जिहड़ा लैप वाइंडिंग है वो असी वैल्डिंग जनरेटर दे विच वरतदे हैं जिथे सानू हाई करंट और लो वोल्टेज की जरूरत होंदी है। तो इस दे विच जिहड़ियां ऑप्शन दित्तियां ने वख-वख, ऑप्शन ए हैगी आ हाई करंट हाई वोल्टेज, बी हैगा हाई करंट लो वोल्टेज, सी हैगा लो करंट अते हाई वोल्टेज, डी हैगा लो करंट अते लो वोल्टेज। जिवें असी पिछले क्वेश्चन भी जानिया सी कि वैल्डिंग सैट के लिए असी लैप वाइंडिंग यूज़ करते हैं जिथे हाई करंट और लो वोल्टेज की जरूरत होंदी है। तो ऑप्शन की हैगी है बी सही है, हाई करंट और लो वोल्टेज के लिए लैप वाइंडिंग की वरतों की जाती है। 15वां क्वेश्चन है DC जनरेटर विच पोल शू योक दे नाल किवें जोड़े जाते हैं। ऑप्शन ए हैगा रिवट द्वारा, बी हैगा ब्रेजिंग द्वारा, सी काउंटर शैंक स्क्रू द्वारा और डी हैगा वैल्डिंग द्वारा। तो इत्थे जिहड़ा पोल शू और योक की गल की है, इत्थे जिवें DC मशीन है चाहे वो जनरेटर कहिए जां मोटर, उस दे विच जिहड़ी ये बॉडी है जिहड़ी ये मेन आ गया इहनूं असीं योक कह दिंदे आ। जिवें इत्थे लिखा होया योक, इस दे अंदर फील्ड वाइंडिंग है, घुमन वाला पार्ट आर्मेचर है जिवें पहलां भी कई बार दस्सिया। तो जिहड़ी फील्ड वाइंडिंग है फील्ड पोल है वो पोल शू है वो अलग हो जाते हैं और उन्हां दे विच ही कोयल रखी जाती है। तो जो कोयल नूं असीं चेंज करना है जां उसनूं चैक करना है उसकी इंसुलेशन ठीक है जां किते शॉर्ट सर्किट होया, तो इत्थे जिहड़े बोल्ट लगे हुए आ काउंटर शैंक जिहड़े स्क्रू ने जां बोल्ट कह सकते वो लगे आ जिहड़े नज़र आ रहे हैं हर एक पोल दे। तो इन्हां नूं खोल के पोल पीस बाहर निकल जाते हैं, नाल ही फील्ड कोयल आ जाती है। तो जिहड़ा इहदे विच क्वेश्चन पूछा गया वो कहता है कि पोल शू जिहड़े हैगे आ वो योक दे नाल किवें जोड़े जाते हैं। तो सी इसका आंसर है काउंटर शैंक जिहड़ा स्क्रू जां बोल्ट के द्वारा लगाए हुए होंदे आ। सो उम्मीद करते हैं तुहानूं इस वीडियो तो बहुत सारी जानकारी मिली होवेगी और जिहड़े साथी इस चैनल ते नवे ने वो इस चैनल नूं जरूर सबसक्राइब करन ताकि तुहाडे तक नवीं वीडियो का नोटिफिकेशन मिलता रहे और वीडियो नूं लास्ट तक वेखण लई थैंक यू वेरी मच।